हाँ जी, तुसी सारे मेरे नाल अज ब्रीदिंग कोआर्डिनेशन दी वीडियो नंबर 3 देख रहे हो। सो असी ਇਹ ਜਿਹੜਾ ਸਮਾਂ ਲਗਾ ਰਹੇ ਹਾਂ, ਸਾਡਾ ਫੋਕਸ ਕੀ ਹੈ? ਫੋਕਸ ਹੈ ਕਿ ਕੁਦਰਤਨ ਤਰੀਕੇ ਦੇ ਨਾਲ ਐਜ਼ ਵੀ ਆਰ ਡਿਜ਼ਾਈਨਡ ਬਾਈ ਡਿਫਾਲਟ ਸਿਸਟਮ ਦੇ ਵਿੱਚ ਅਸੀਂ ਵੱਧ ਤੋਂ ਵੱਧ ਵਿਦ ਮਿਨੀਮਮ ਯੂਜ਼ ਆਫ ਐਨਰਜੀ ਆਪਣੇ ਸਰੀਰ ਦੀ ਅਸੀਂ ਕਿਵੇਂ ਆਪਣਾ ਆਕਸੀਜਨ ਦਾ ਸਿਲੰਡਰ ਭਰ ਸਕੀਏ। ਮੈਂ ਤੁਹਾਡੇ ਨਾਲ 2 ਐਗਜ਼ਾਮਪਲਸ ਸ਼ੇਅਰ ਕਰ ਰਹੀ ਹਾਂ। ਤੁਹਾਡੇ ਕੋਲ ਇਹ ਪਾਣੀ ਦਾ ਜੱਗ ਹੈ ਜਾਂ ਗਲਾਸ ਹੈ, ਰਾਈਟ? ਇਹ 2 ਦਿਨ ਦਾ ਪਿਆ ਹੋਇਆ ਹੈ ਅਤੇ ਤੁਹਾਨੂੰ ਕੋਈ ਆਖੇ ਕਿ ਇਸ ਵਿੱਚ ਤਾਜ਼ਾ ਪਾਣੀ ਭਰ ਦਿਓ, ਤਾਂ ਤੁਸੀਂ ਸੋਚੋਗੇ ਕਿ ਇਹ ਪਹਿਲੇ ਪਾਣੀ ਨੂੰ ਜੇ ਮੈਂ ਡੋਲ ਨਹੀਂ ਸਕਦਾ, ਰਾਈਟ, ਜੇ ਮੈਂ ਇਹਦੇ ਉੱਤੇ ਪਾਵਾਂਗਾ ਤਾਂ ਪਾਣੀ ਸਾਡੇ ਕੋਲ ਇਤਨਾ ਹੀ ਭਰੇਗਾ। ਓਨਲੀ ਐਂਡ ਓਨਲੀ ਇਫ ਆਈ ਕੈਨ ਥਰੋ ਇਟ ਫੁੱਲੀ। ਇਹ ਜੱਗ ਹੁਣ ਆਪਣੇ ਆਪ ਦੇ ਵਿੱਚ ਪੂਰਾ ਖਾਲੀ ਹੈ, ਜਿਹੜਾ ਪਾਣੀ ਮੈਂ ਭਰਾਂਗੀ ਉਹ ਤਾਜ਼ਾ ਹੋਏਗਾ, ਰਾਈਟ? ਹੁਣ ਤੁਸੀਂ ਇਮੇਜਿਨ ਕਰੋ, ਇਸੇ ਤਰ੍ਹਾਂ ਇਸ ਪਾਣੀ ਨੂੰ ਤੁਸੀਂ ਕਾਰਬਨ ਡਾਈਆਕਸਾਈਡ ਸਮਝੋ, ਤਾਂ ਸਟੇਲ ਏਅਰ ਸਾਡੇ ਲੰਗਸ ਦੀ ਸਮਝੋ, ਕਿਉਂਕਿ ਅਸੀਂ ਐਕਸੇਲ ਨੂੰ ਸਕਿਲਫੁਲੀ ਸਿੱਖਿਆ ਨਹੀਂ, ਇਸ ਕਰਕੇ ਸਾਡੇ ਅੰਦਰ ਜੋ ਆਲਰੇਡੀ ਰੈਜ਼ੀਡਿਊ ਹੈ ਕਾਰਬਨ ਡਾਈਆਕਸਾਈਡ ਦੀ, ਉਸ ਦੇ ਉੱਤੇ ਅਸੀਂ ਥੋੜਾ ਜਿਹਾ ਲੰਗਸ ਦੇ ਥਰੂ ਆਕਸੀਜਨ ਭਰ ਕੇ ਕੰਮ ਚਲਾ ਰਹੇ ਹਾਂ, ਜਿਸ ਦੇ ਕਰਕੇ ਸਾਡੇ ਨਰਵਸਨੈਸ, ਐਂਗਜ਼ਾਇਟੀ, ਇਨਫੈਕਸ਼ਨਸ ਐਂਡ ਸਾਡੀ ਬਾਡੀ ਦੇ ਸਾਰੇ ਫੰਕਸ਼ਨ ਜਿਹੜੇ ਨੇ ਉਹ ਸਫਰ ਕਰ ਰਹੇ ਨੇ। ਤੁਸੀਂ ਕੋਈ ਵੀ ਨਾਮ ਲੈ ਲਓ, ਬੇਸਿਕ ਪ੍ਰਾਇਮਰੀ ਇਜ਼ ਆਕਸੀਜਨ ਟੂ ਦੈਟ ਏਰੀਆ ਕਿ ਉਹ ਮੈਕਸਿਮਾਈਜ਼ ਆਪਣਾ ਕੰਮ ਕਰ ਸਕੇ। ਦੂਸਰਾ ਐਗਜ਼ਾਮਪਲ ਲੈ ਕੇ ਸਮਝਦੇ ਹਾਂ। ਮੰਨ ਲਓ ਇੱਕ ਪੰਪ ਹੈ ਅਤੇ ਇਹ ਤੁਹਾਡੇ ਕੋਲ ਕੀ ਹੈ? ਸਾਈਕਲ ਦਾ, ਗੱਡੀ ਦਾ ਟਾਇਰ ਹੈ ਔਰ ਜਾਂ ਬੈਲੂਨ ਹੈ। ਹੁਣ ਅਸੀਂ ਕਹਿੰਦੇ ਹਾਂ ਕਿ ਇਸ ਦੇ ਵਿੱਚ ਹਵਾ ਭਰੋ, ਤਾਂ ਤੁਸੀਂ ਹਵਾ ਭਰਦੇ ਹੋ, ਖਿੱਚਦੇ ਹੋ, ਖਿੱਚ ਕੇ, ਰਾਈਟ? ਇਹ ਕਿੰਨੀ ਕੋਈ ਇਫੈਕਟਿਵ ਹੋਏਗੀ, ਕਿੰਨੀ ਐਨਰਜੀ ਲੱਗੇਗੀ, ਕਿੰਨੀ ਏਅਰ ਭਰ ਸਕੋਗੇ। ਪਰ ਜੇ ਤੁਹਾਨੂੰ ਕੋਈ ਪੰਪ ਦਾ ਮੈਕੈਨਿਜ਼ਮ ਸਿਖਾ ਦੇਵੇ ਕਿ ਪੰਪ ਸ਼ੁੱਡ ਗੋ ਐਟ ਦ ਬੈਕ and then come in the front smoothly without any obstruction, it should go at the back, ਤਾਂ ਤੁਸੀਂ ਦੇਖ ਰਹੇ ਹੋ ਕਿ effortlessly ਇਹ ਇਸ ਦੇ ਵਿੱਚ ਏਅਰ ਭਰ ਰਿਹਾ ਹੈ। ਬਸ ਸਾਡੇ ਸਰੀਰ ਦਾ ਬਰੀਦਿੰਗ ਸਿਸਟਮ ਵੀ ਕੁਝ ਐਸੀ ਤਰ੍ਹਾਂ ਹੈ। ਆਓ ਇਸ ਨੂੰ ਇਸ ਪਿਕਚਰ ਦੁਆਰਾ ਥੋੜਾ ਜਿਹਾ ਸਮਝੀਏ। ਸੋ ਆਓ ਇਸ ਇਮੇਜ ਨੂੰ ਦੇਖੀਏ। ਇਸ ਦੇ ਵਿੱਚ ਜਿਹੜੀ ਹੈ ਤੁਸੀਂ ਵੱਡੀ ਮਸਲ ਦੇਖ ਰਹੇ ਹੋ ਆਪਣੇ ਆਪ ਦੇ ਵਿੱਚ, ਇਹ ਡਾਇਆਫ੍ਰਾਮ ਹੈ ਜੋ ਕਿ ਸਾਡੇ ਰਿਬ ਕੇਜ ਦੇ ਵਿੱਚ ਹਰ ਪਾਸੇ ਹੈ, ਪਿੱਛੇ ਵੀ ਅੱਗੇ ਵੀ। ਸੋ ਜੋ ਅਸੀਂ ਸਿੱਖ ਰਹੇ ਹਾਂ ਕਿ ਸਹੀ ਐਕਸੇਲ ਦੇ ਵਿੱਚ ਜਦੋਂ ਅਸੀਂ ਹੌਲੀ ਹੌਲੀ ਰਿਲੈਕਸ ਤਰੀਕੇ ਦੇ ਨਾਲ ਐਕਸੇਲ ਕਰਦੇ ਹਾਂ ਤਾਂ ਇਹ ਸਾਡਾ ਉੱਤੇ ਜਾਂਦਾ ਹੈ। ਜਿਤਨਾ ਅਸੀਂ ਲੰਬਾ ਐਕਸੇਲ ਰਿਲੈਕਸ ਸਟੇਟ ਵਿੱਚ ਕਰ ਸਕਾਂਗੇ ਇਹ ਉਤਨਾ ਵੱਧ ਜਾਏਗਾ। ਇੱਥੋਂ ਸਾਡੇ ਲੰਗਸ ਨੂੰ ਪੁਸ਼ ਕਰੇਗਾ, ਸਟੇਲ ਪੁਰਾਣੀ ਬਾਸੀ ਕਾਰਬਨ ਡਾਈਆਕਸਾਈਡ ਬਾਹਰ ਜਾਏਗੀ। ਸੋ ਜਿਤਨਾ ਇਹ ਵਾਧੂ ਹੋਏਗਾ, ਉਸ ਤੋਂ ਬਾਅਦ ਜਿਉਂ ਹੀ ਸਾਡੇ ਬ੍ਰੇਨ ਤੋਂ ਸੁਨੇਹਾ ਆਏਗਾ ਕਿ ਸਾਨੂੰ ਆਕਸੀਜਨ ਦੀ ਲੋੜ ਹੈ, ਤਾਂ ਆਟੋਮੈਟਿਕਲੀ ਸਾਡੇ ਨੱਕ ਤੋਂ ਜਦੋਂ ਅੰਦਰ ਜਾਂਦਾ ਹੈ ਸਾਹ, ਤੇ ਕਿਉਂਕਿ ਰੈਸਟਿੰਗ ਸਟੇਜ ਤੱਕ ਗਿਆ ਹੈ, ਹੁਣ ਇਹ ਉਤਨਾ ਹੀ ਵੱਧ ਨੀਚੇ ਜਾਏਗਾ ਅਤੇ ਸਾਡੇ ਅੰਦਰ ਉਤਨੀ ਵੱਧ ਤੋਂ ਵੱਧ ਆਕਸੀਜਨ ਏਅਰ ਭਰੇਗੀ। ਪਰ ਜੇਕਰ ਅਸੀਂ ਐਕਸੇਲ ਨਹੀਂ ਕਰਦੇ ਤਾਂ ਮੰਨ ਲਓ ਇਹ ਸਿਰਫ ਇਤਨਾ ਮੂਵ ਹੋਇਆ ਸੀ ਪੰਪ ਸਾਡਾ, ਤਾਂ ਥੋੜੀ ਜੀ ਆਕਸੀਜਨ ਗਈ ਸੀ। ਪਰ ਜਿਤਨਾ ਅਸੀਂ ਉੱਪਰ ਲੈ ਕੇ ਗਏ ਉਤਨਾ ਆਟੋਮੈਟਿਕਲੀ ਨੀਚੇ ਜਾਏਗਾ, ਤਾਂ ਸਾਡੇ ਅੰਦਰ ਆਕਸੀਜਨ ਦੀ ਮਾਤਰਾ, ਆਕਸੀਜਨ ਦਾ ਸਿਲੰਡਰ ਜਿਹੜਾ ਹੈ ਉਹ ਪੂਰਾ ਭਰੇਗਾ। ਸੋ ਆਈ ਹੋਪ ਇਸ ਇਮੇਜ ਤੋਂ ਸਾਨੂੰ ਹੈਲਪ ਹੋ ਰਹੀ ਹੈ ਕਿ ਸਾਡੀ ਇਹ ਰੇਂਜ ਡਾਇਆਫ੍ਰਾਮ ਦੀ ਤਾਂ ਹੀ ਵੱਧ ਸਕਦੀ ਹੈ ਜੇ ਸਾਡਾ ਪੁਸ਼ ਜੋ ਹੈ ਉਹ ਪ੍ਰੋਪਰ ਉੱਤੇ ਤੱਕ ਹੋਏਗਾ। ਸੋ ਤੁਸੀਂ ਇਸ ਵੀਡੀਓ ਤੋਂ ਇਹ ਸਮਝ ਰਹੇ ਹੋ, ਦੇਖ ਕੇ ਜੋ ਤੁਸੀਂ ਦੇਖੀ ਹੈ ਕਿ ਡਾਇਆਫ੍ਰਾਮ ਆਪਣੇ ਆਪ ਦੇ ਵਿੱਚ ਇੱਕ 360 ਡਿਗਰੀ ਐਂਗਲ ਤੇ ਇਨਵੋਲੰਟਰੀ ਹੈ ਅਤੇ ਮੇਜਰ ਮਸਲ ਆਫ ਬਰੀਦਿੰਗ ਹੈ। ਹੁਣ ਅਸੀਂ ਇਸ ਨੂੰ ਥੋੜਾ ਜਿਹਾ ਐਕਸਪੀਰੀਅੰਸ ਕਰਦੇ ਹਾਂ ਮਿਲ ਕੇ।
ਜੋ ਤੁਸੀਂ ਦੇਖਿਆ ਹੈ। ਨਾਓ ਇਮੇਜਿਨ ਕਰੋ ਆਪਣੇ ਹੱਥ ਤੁਸੀਂ ਇੱਥੇ ਰੱਖੋ ਐਂਡ ਉਸੇ ਤਰ੍ਹਾਂ ਅਸੀਂ ਜੋ ਸਿੱਖਿਆ ਹੈ ਐਗਜ਼ੇਲ ਕਾਊਂਟਿੰਗ ਸ਼ੁਰੂ ਕਰੋ। 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10। ਇਹ ਮੇਰਾ ਪੂਰਾ ਅੰਦਰ ਚਲਾ ਗਿਆ ਸਿਸਟਮ, ਮੈਂ ਫੀਲ ਕੀਤਾ। ਇਹ ਇਸ ਵਕਤ ਜੋ ਮੈਂ ਪੌਜ਼ ਲਗਾਨੀ ਹੈ, ਉਸ ਪੌਜ਼ ਤੋਂ ਬਾਅਦ ਜਿਹੜਾ ਇਹ ਬ੍ਰੈਥ ਆਇਆ ਨਾ, ਇਮੇਜਿਨ ਕਰੋ ਆਟੋਮੈਟਿਕਲੀ ਇਹ ਕੁਦਰਤ ਵੱਲੋਂ ਲੰਗਸ ਦੇ ਬੇਸ ਖਾਲੀ ਹੋਣ ਤੇ ਇਹ ਲੰਗਸ ਭਰੇ ਜਾ ਰਹੇ ਨੇ, ਜਿਤਨੀ ਲੋੜ ਹੈ ਕੰਟੀਨਿਊਸਲੀ ਭਰੇ ਜਾ ਰਹੇ ਨੇ। ਤੁਸੀਂ ਸਾਈਡ ਸੇ ਰੱਖ ਕੇ ਫੀਲ ਕਰੋ, ਇਸੇ ਤਰ੍ਹਾਂ ਕਾਊਂਟ ਕਰੋ 1 2 3 4 5 1 2 3 4 5 1 2 3 4 5 6 7 8 9 10 1 2 3 4 5 1 2 3 4 5 6 7 8 9 10। ਤੁਸੀਂ ਦੇਖੋ ਇਹ ਪੂਰਾ ਸਕਵੀਜ਼ ਹੋ ਰਿਹਾ ਹੈ। ਇੱਥੇ ਹੋਲਡ ਕਰੋਗੇ, ਜਦੋਂ ਸਾਹ ਆਉਂਦਾ ਹੈ ਤੇ ਪਸਲੀਆਂ ਪੂਰੀਆਂ ਖੁੱਲਦੀਆਂ ਨੇ। ਹੁਣ ਤੁਸੀਂ ਪ੍ਰੈਕਟਿਸ ਕਰੋ ਬੈਕ ਤੇ ਰੱਖ ਕੇ, ਬਿਕਾਜ਼ ਸਾਡੇ ਵਿੱਚੋਂ ਬਹੁਤ ਸਾਰੇ ਬੰਦਿਆਂ ਨੂੰ ਬੈਕਐਕ ਰਹਿੰਦੀ ਹੈ ਅਤੇ ਉਹਨਾਂ ਨੂੰ ਆਈਡੀਆ ਵੀ ਨਹੀਂ ਹੈ ਕਿ ਸਾਡਾ ਲੰਗਸ ਟਿਸ਼ੂ ਜ਼ਿਆਦਾ ਬੈਕ ਤੇ ਨੇ ਅਤੇ ਬੈਕ ਮਸਲਸ ਦੀ ਰਿਸਟ੍ਰਿਕਸ਼ਨਸ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਸਾਡੀ ਡਾਇਆਫ੍ਰਾਮ ਦੀ ਰੇਂਜ ਨੂੰ ਘਟਾਉਂਦੀ ਹੈ। ਡਾਇਆਫ੍ਰਾਮ ਪੂਰਾ ਉੱਤੇ ਨਹੀਂ ਜਾਂਦਾ ਤੇ ਪੂਰਾ ਨੀਵੇਂ ਵੀ ਨਹੀਂ ਜਾਂਦਾ। ਸੋ ਅਸੀਂ ਪ੍ਰੈਕਟਿਸ ਕਰਦੇ ਹਾਂ। ਇੱਥੇ ਰੱਖੋ ਹੱਥ ਮੇਰੇ ਨਾਲ। ਸੋ ਤੁਸੀਂ ਹੁਣ ਬੈਕ ਦੇ ਉੱਤੇ ਆਪਣੇ ਹੱਥ ਰੱਖ ਕੇ ਇਸੇ ਤਰ੍ਹਾਂ ਐਕਸੇਲ ਕਰੋ ਐਂਡ ਫੀਲ ਕਰੋ ਕਿ ਤੁਹਾਡੀ 에ਅਰ ਆਕਸੀਜਨ ਪ੍ਰੋਪਰ ਬੈਕ ਮਸਲਸ ਨੂੰ ਓਪਨ ਕਰਦੀ ਹੈ, ਉੱਪਰ ਜਾਂਦੀ ਹੈ। ਸਟਾਰਟ ਕਾਊਂਟਿੰਗ 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10। ਹਾਂਜੀ, ਸਾਡੇ ਵਿੱਚੋਂ ਬਹੁਤਿਆਂ ਦੀ ਬੈਕ ਟਾਈਟ ਹੈ ਅਤੇ ਬਹੁਤ ਜ਼ਿਆਦਾ ਹੀ ਆਈ ਵੁੱਡ ਸੇ ਕਿ ਬਿਕੋਜ਼ ਆਫ ਸਾਡਾ ਜੋ ਵੀ ਟਰਾਮਾਸ ਐਂਡ ਸਟ੍ਰੈਸ ਨੇ ਉਹਦੇ ਕਰਕੇ ਓਵਰ ਟਾਈਟ ਹੋਈ ਪਈ ਹੈ। ਤਾਂ ਤੁਸੀਂ ਇਸ ਨੂੰ ਬਰੀਦਿੰਗ ਨੂੰ ਪਿੱਛੇ ਮਹਿਸੂਸ ਕਰਨ ਵਾਸਤੇ ਬਹੁਤ ਸਿੰਪਲ ਤਰੀਕਾ ਹੈ। ਕਿਸੇ ਵੀ ਕੁਰਸੀ ਤੇ ਬੈਠ ਕੇ ਜੇਕਰ ਹੌਲੀ 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 ਆਪਣੀ ਬਾਡੀ ਨੂੰ ਲੀਨ ਕਰੋ ਔਰ ਕੰਫਰਟੇਬਲੀ ਆਪਣੇ ਆਪ ਨੂੰ ਕੋਈ ਨੁਕਸਾਨ ਨਹੀਂ ਦੇਣਾ ਤੇ ਹਰ ਉਮਰ ਦਾ ਹੋ ਸਕਦਾ ਹੈ ਮਨੁੱਖ ਕਰ ਵੀ ਨਾ ਸਕੇ। ਸੋ ਇਸ ਕਰਕੇ ਬੜੇ ਕੇਅਰਫੁਲੀ ਅਸੀਂ ਜੇਕਰ ਹੌਲੀ ਹੌਲੀ ਜਾਈਏ ਕਿਸੇ ਦੀ ਗਾਈਡੈਂਸ ਦੇ ਹੇਠਾਂ ਔਰ ਆਪਣੇ ਸਰੀਰ ਨੂੰ ਇੱਥੇ ਪਾ ਕੇ ਆਪਣੇ ਸਰੀਰ ਨੂੰ ਸਿਰ ਨੀਚੇ ਪੂਰਾ ਧਰਤੀ ਵੱਲ ਛੋੜ ਦਈਏ, ਹੱਥਾਂ ਨੂੰ ਪੈਰਾਂ ਤੇ ਰੱਖ ਲਈਏ ਤੇ ਇਸੇ ਤਰ੍ਹਾਂ ਹੀ ਕਾਊਂਟਿੰਗ ਸ਼ੁਰੂ ਕਰੀਏ। 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10। ਸਾਡੀਆਂ ਬੈਕ ਦੀਆਂ ਪੂਰੀਆਂ ਮਸਲਸ ਖੁੱਲਣਗੀਆਂ ਔਰ ਜਦੋਂ ਉੱਥੇ 에ਅਰ ਆਕਸੀਜਨ ਜਾਏਗੀ ਨਾ, ਸਾਨੂੰ ਇਸ ਦਾ ਜੋ 360 ਐਂਗਲ ਦੇ ਉੱਤੇ ਅਹਿਸਾਸ ਹੈ ਨਾ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਗ੍ਰੇਟ ਐਕਸਪੀਰੀਅੰਸ ਹੈ। ਇਸ ਤੇ ਜਿਹੜਾ ਉੱਪਰ ਨੀਚੇ ਇਹ ਪੰਪ ਚੱਲ ਰਿਹਾ ਹੈ ਨਾ, ਇਸ ਦੇ ਫੰਕਸ਼ਨਸ ਬਹੁਤ ਨੇ। ਜਦੋਂ ਇਹ ਉੱਪਰ ਜਾਂਦਾ ਹੈ ਨਾ, 에ਅਰ ਨੂੰ ਪੁਸ਼ ਕਰਦਾ ਹੈ ਤਾਂ ਨਾਲ ਦੇ ਨਾਲ ਸਾਡੇ ਹਾਰਟ ਦੀ ਮਸਾਜ ਹੁੰਦੀ ਹੈ। ਪਰ ਜੇਕਰ ਰਿਸਟ੍ਰਿਕਸ਼ਨਸ ਹਨ ਤਾਂ ਸਾਡਾ ਹਾਰਟ ਵੀ ਸਫਰ ਕਰਦਾ ਹੈ। ਜਦੋਂ ਇਹ ਖੁੱਲਦਾ ਹੈ, ਫਲੈਟ ਹੁੰਦਾ ਹੈ, ਡੋਮ ਨੀਚੇ ਆਉਂਦਾ ਹੈ ਨਾ, ਤਾਂ ਸਾਡੇ ਨੀਚੇ ਦੇ ਪੇਟ ਦੇ ਸਾਰੇ ਅੰਗਾਂ ਦੀ ਮਸਾਜ ਹੁੰਦੀ ਹੈ। ਇਹਨੂੰ ਸਾਰੇ ਅੰਗ ਬਾਹਰ ਆਉਂਦੇ ਹਨ। ਸੋ ਇਸ ਜੋ ਡਾਇਰੈਕਟਰ ਹੈ ਨਾ, ਇਸ ਦੇ ਵਿੱਚ ਅਸੀਂ ਰੋਕ ਨਹੀਂ ਪਾ ਸਕਦੇ। ਬਸ ਸਾਨੂੰ ਰਿਸਟ੍ਰਿਕਸ਼ਨਸ ਨੂੰ ਖਤਮ ਕਰਨਾ ਹੈ। ਮੈਂ ਆਉਣ ਵਾਲੀਆਂ ਅਗਲੀਆਂ ਵੀਡੀਓਜ਼ ਦੇ ਵਿੱਚ ਇਸ ਉੱਤੇ ਹੋਰ ਹੈਲਪ ਕਰਾਂਗੀ। ਆਈ ਹੋਪ this video helps. Waiting for your feedback and comments and going to talk further कि ਕਿਹੜੀਆਂ exercises ਸਾਨੂੰ ਮਦਦ ਕਰ ਸਕਦੀਆਂ ਨੇ। Thank you so much from my this compassionate heart to this word.